ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਰਾਈਟ ਟੂ ਐਜੂਕੇਸ਼ਨ। ਮੈਂ ਗੁਰਵਿੰਦਰ ਸਿੰਘ। ਸੋ ਦੇਖੋ ਬੈਂਕਿੰਗ ਦੇ ਐਗਜ਼ਾਮ ਨੈਕਸਟ ਮੰਥ ਤੋਂ ਸਟਾਰਟ ਹੋਣ ਵਾਲੇ ਹੈ ਫਰੋਮ IBPS RRB PO IBPS RRB ਕਲੈਰੀਕਲ ਦੈਨ IBPS ਕਲੈਰੀਕਲ। ਸੋ ਇਹ ਸਾਰੇ ਐਗਜ਼ਾਮ ਸ਼ੁਰੂ ਹੋਣ ਵਾਲੇ ਹੈ ਤੇ ਇਹਦੇ ਹੀ ਪੈਰਲਲ ਹੁਣ ਪੰਜਾਬ ਦੇ ਐਗਜ਼ਾਮ ਵੀ ਆਉਣ ਲੱਗ ਗਏ ਹੈ। ਸੋ ਪੰਜਾਬ ਦਾ ਜੋ ਐਗਜ਼ਾਮ ਜਿਸ ਦਾ ਸਿਲੇਬਸ ਹੁਣੇ ਰੀਸੈਂਟਲੀ ਰਿਲੀਜ਼ ਹੋਇਆ ਹੈ, ਸੋ ਪੰਜਾਬ ਦਾ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਦਾ ਜੋ ਐਗਜ਼ਾਮ ਹੈ ਆਪਾਂ ਅੱਜ ਦੇ ਇਸ ਲੈਕਚਰ ਦੇ ਵਿੱਚ ਉਸ ਦੇ ਬਾਰੇ ਡਿਸਕਸ ਕਰਾਂਗੇ। ਸੋ ਮੈਨੂੰ ਸਟੂਡੈਂਟਸ ਨੇ ਕਾਫੀ ਕਿਹਾ ਹੈ ਕਿ ਸਰ ਕਿ ਇਸ ਐਗਜ਼ਾਮ ਦੀ ਪ੍ਰੈਪਰੇਸ਼ਨ ਕਿਵੇਂ ਕਰਨੀ ਚਾਹੀਦੀ ਹੈ, ਸਿਲੇਬਸ ਨੂੰ ਕਿਵੇਂ ਆਪਾਂ ਪ੍ਰਿਪੇਅਰ ਕਰੀਏ ਇਸ ਲਿਮਟਿਡ ਟਾਈਮ ਦੇ ਵਿੱਚ, ਇਹਨੂੰ ਪ੍ਰੋਪਰ ਡੈਡੀਕੇਸ਼ਨ ਦੇ ਨਾਲ ਕਰ ਪਾਈਏ ਸਚ ਡੈਟ ਆਪਾਂ ਇਸ ਵਾਰ ਇਸ ਐਗਜ਼ਾਮ ਨੂੰ ਕਰੈਕ ਕਰਕੇ ਇਸ ਵਧੀਆ ਜੌਬ ਦੇ ਵਿੱਚ ਆਪਣੀ ਸੀਟ ਆਪਣੀ ਜਗ੍ਹਾ ਬਣਾ ਪਾਈਏ। ਸੋ ਚਲੋ ਸਟਾਰਟ ਕਰਦੇ ਹਾਂ ਇਸ ਐਗਜ਼ਾਮ ਦੇ ਬਾਰੇ। ਜੋ ਇੰਪੋਰਟੈਂਟ ਪੁਆਇੰਟਸ ਹੋਣਗੇ ਮੈਂ ਤੁਹਾਨੂੰ ਸਾਰੇ ਹੀ ਦੱਸਾਂਗਾ। ਸੋ ਲੈਟ ਅਸ ਸਟਾਰਟ। ਸੋ ਸਭ ਤੋਂ ਪਹਿਲਾਂ ਦੇਖੋ ਇਹ ਐਗਜ਼ਾਮ 120 ਮਾਰਕਸ ਦਾ ਹੈ ਅਤੇ ਹਰ ਕੁਐਸਚਨ 1 ਮਾਰਕ ਦਾ ਹੈ ਅਤੇ 120 ਕੁਐਸਚਨਸ ਆਣੇ ਹੈ ਅਤੇ 120 ਕੁਐਸਚਨ ਇਕੁਅਲ ਟੂ 120 ਮਾਰਕਸ। ਹੁਣ ਸਾਨੂੰ ਇਹ ਸਟ੍ਰੈਟਜੀ ਨੂੰ ਸਮਝਣਾ ਹੈ ਕਿ ਕਿੱਥੋਂ ਕਿੱਥੋਂ ਆਪਾਂ ਮਾਰਕਸ ਕੰਟੇਨ ਕਰਨੇ ਆ, ਕਿੱਥੋਂ ਕਿੱਥੋਂ ਆਪਾਂ ਮਾਰਕਸ ਕਲੈਕਟ ਕਰਨੇ ਆ। ਹੁਣ ਦੇਖੋ 120 ਨੰਬਰਾਂ ਦਾ ਪੇਪਰ ਹੈ, ਸਾਡੇ ਕੋਲ 2 ਘੰਟੇ ਹੈ, 2 ਘੰਟੇ 120 ਮਿੰਟ ਹੈ। ਸੋ 1 ਮਿੰਟ 'ਚ ਇੱਕ ਕੁਐਸਚਨ ਸਾਨੂੰ ਅਟੈਂਪਟ ਕਰਨਾ ਹੈ। ਕਹਿਣ ਨੂੰ ਲੱਗ ਰਿਹਾ ਕਿ ਯਾਰ 1 ਮਿੰਟ 'ਚ ਇੱਕ ਕੁਐਸਚਨ ਬਹੁਤ ਜ਼ਿਆਦਾ ਟਾਈਮ ਹੈ ਤੁਹਾਡੇ ਕੋਲ, ਰਿਐਲਿਟੀ ਦੱਸ ਰਿਹਾ ਬਹੁਤ ਜ਼ਿਆਦਾ ਟਾਈਮ ਹੈ, ਕਿਉਂਕਿ ਜੇ ਇਹਨੂੰ ਆਪਾਂ ਬੈਂਕਿੰਗ ਦੇ ਨਾਲ ਕੰਪੇਅਰ ਕਰੀਏ ਉੱਥੇ 45 ਮਿੰਟ 'ਚ 80 ਕੁਐਸਚਨ ਕਰਨੇ ਹੁੰਦੇ ਆ ਅਤੇ ਇੱਥੇ ਸਾਨੂੰ 120 ਮਿੰਟ 'ਚ 120 ਕੁਐਸਚਨ ਕਰਨੇ ਆ। ਸੋ ਦੇਖੋ ਇਹਦੇ ਵਿੱਚ ਮੇਨ ਪੁਆਇੰਟਸ ਕੀ ਹੈ ਕਿ 120 ਕੁਐਸਚਨਸ 2 ਆਵਰਸ ਅਤੇ ਹਰ ਰੋਂਗ ਆਨਸਰ ਮਾਰਕ ਕਰਨ ਦਾ 1/4 ਉਹਦੀ ਡਿਡਕਸ਼ਨ ਹੋਏਗੀ। ਮਤਲਬ ਜੇ 4 ਕੁਐਸਚਨ ਤੁਸੀਂ ਗਲਤ ਕਰਦੇ ਹੋ ਤਾਂ 1 ਨੰਬਰ ਤੁਹਾਡਾ ਕੱਟਿਆ ਜਾਏਗਾ। ਠੀਕ ਹੈ, ਸਿੰਪਲ ਜੀ ਕੈਲਕੂਲੇਸ਼ਨ ਹੈ, ਤੁਸੀਂ ਜਾਣਦੇ ਹੋ। ਹੁਣ ਦੇਖੋ ਆ 120 ਮਾਰਕਸ ਜੋ ਨੇ ਇਹਨੂੰ ਡਿਵਾਈਡ ਕਿੱਦਾਂ ਕੀਤਾ ਹੋਇਆ, ਇਹਨੂੰ ਆਪਾਂ ਪ੍ਰੋਪਰਲੀ ਸਮਝ ਲੈਣਾ ਹੈ। ਸਭ ਤੋਂ ਪਹਿਲਾਂ ਜੇ ਤੁਹਾਨੂੰ ਇਹੀ ਚੀਜ਼ਾਂ ਸਮਝ ਆ ਜਾਂਦੀਆਂ ਅੱਧਾ ਪੇਪਰ ਦਾ ਤੁਹਾਡਾ ਇੱਥੇ ਹੀ ਕਰੈਕ ਹੁੰਦਾ ਹੈ। ਠੀਕ ਹੈ, ਸੋ ਸਟ੍ਰੈਟਜੀ ਬਣਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਿੱਧੇ ਹੀ ਤਿਆਰੀ ਕਰਨ ਦੇ ਨਾਲੋਂ। ਠੀਕ ਹੈ, ਪਹਿਲਾਂ ਸਟ੍ਰੈਟਜੀ ਬਣਾਓ ਫਿਰ ਤਿਆਰੀ ਕਰੋ। ਹੁਣ 120 ਮਾਰਕਸ ਨੂੰ ਜੇ ਆਪਾਂ ਡਿਵਾਈਡ ਕਰਨਾ ਸ਼ੁਰੂ ਕਰੀਏ, ਸਭ ਤੋਂ ਇੰਪੋਰਟੈਂਟ ਸੈਕਸ਼ਨ 2 ਨੇ ਇਹਦੇ 'ਚ। ਪਹਿਲਾ ਸੈਕਸ਼ਨ ਜੋ ਹੈ ਉਹ GK ਐਂਡ ਕਰੰਟ ਅਫੇਅਰਸ ਦਾ ਹੈ ਅਤੇ ਜਿਹੜਾ ਦੂਸਰਾ ਸੈਕਸ਼ਨ ਹੈ ਉਹ ਹੈ ਰੀਜ਼ਨਿੰਗ ਐਂਡ ਮੈਂਟਲ ਐਬਿਲਿਟੀ। ਠੀਕ ਹੈ, ਇਹਨਾਂ ਦੋਵਾਂ ਨੂੰ ਕੰਬਾਈਨ ਜੇ ਆਪਾਂ ਕਰ ਦਈਏ 50% ਤੁਹਾਡੇ ਮਾਰਕਸ ਇੱਥੋਂ ਹੀ ਅਟੇਨ ਹੋ ਜਾਣਗੇ। ਸੋ ਮਤਲਬ 60 ਮਾਰਕਸ ਇਹ ਦੋ ਸੈਕਸ਼ਨ ਤੋਂ ਕਵਰ ਹੁੰਦੇ ਨੇ। ਸੋ ਕਿਹੜੇ 30 ਮਾਰਕਸ ਦੀ ਤੁਹਾਡੀ GK ਕਰੰਟ ਅਫੇਅਰ ਹੈ ਅਤੇ 30 ਮਾਰਕਸ ਦੀ ਤੁਹਾਡੀ ਰੀਜ਼ਨਿੰਗ ਐਂਡ ਮੈਂਟਲ ਐਬਿਲਿਟੀ ਹੈ। ਹੁਣ ਰਿਮੇਨਿੰਗ ਜੋ ਹੈ ਉਹਨਾਂ ਨੂੰ ਦੇਖੋ। ਸਭ ਤੋਂ ਪਹਿਲਾਂ ਦੇਖੋ ਹੁਣ ਰਿਮੇਨਿੰਗ ਦੇ ਵਿੱਚ ਦੇਖੋ, ਜਿਵੇਂ ਇੰਗਲਿਸ਼ ਦੀ ਗੱਲ ਕਰੀਏ 15 ਮਾਰਕਸ ਦੀ ਇੰਗਲਿਸ਼ ਆਉਣੀ ਹੈ, 15 ਮਾਰਕਸ ਦੀ ਪੰਜਾਬੀ ਆਉਣੀ ਹੈ। ਇਹ ਪੰਜਾਬੀ ਜੋ ਆਉਣੀ ਹੈ ਇਸ ਦੇ ਬਹੁਤ ਵਧੀਆ ਨੋਟਸ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਅਟੈਚ ਕਰ ਦਾਂਗਾ। ਸੋ ਡਿਸਕ੍ਰਿਪਸ਼ਨ ਖੋਲ੍ਹ ਕੇ ਦੇਖਿਓ, ਤੁਹਾਨੂੰ ਪੰਜਾਬੀ ਦੇ ਨੋਟਸ ਮਿਲ ਜਾਣਗੇ। ਇਹ ਬਹੁਤ ਇੰਪੋਰਟੈਂਟ ਹੈ ਅਤੇ ਮੈਂ ਇਹੀ ਪੰਜਾਬੀ ਦੇ ਨੋਟਸ ਹਮੇਸ਼ਾ ਪੰਜਾਬ ਦੇ ਪੇਪਰਾਂ 'ਚ ਪੜ੍ਹ ਕੇ ਜਾਂਦਾ ਸੀ ਅਤੇ ਸਟੂਡੈਂਟਸ ਨੂੰ ਇਹੀ ਰਿਕਮੈਂਡ ਕਰਦਾ ਤੁਸੀਂ ਡਿਸਕ੍ਰਿਪਸ਼ਨ ਤੋਂ ਇਹਨੂੰ ਡਾਊਨਲੋਡ ਕਰ ਲਓ। ਠੀਕ ਹੈ, ਫਿਰ ਉਸ ਤੋਂ ਬਾਅਦ ਅੱਗੇ ਆਉਂਦਾ 10 ਮਾਰਕਸ ਦਾ ICT, ਮਤਲਬ ਕੰਪਿਊਟਰ ਦੇ ਰਿਲੇਟਡ ਤੁਹਾਨੂੰ ਕੁਐਸਚਨਸ ਪੁੱਛੇ ਜਾਣਗੇ ਅਤੇ ਉਹ ਕੰਪਿਊਟਰ ਦੇ ਜਿਹੜੇ ਕੁਐਸਚਨਸ ਨੇ ਉਹਨਾਂ ਦੀ ਵੀ ਮੈਂ PDF ਨੀਚੇ ਡਿਸਕ੍ਰਿਪਸ਼ਨ 'ਚ ਪਾ ਦਾਂਗਾ, ਤੁਸੀਂ ਉਹਨੂੰ ਵੀ ਡਾਊਨਲੋਡ ਕਰਕੇ ਜ਼ਰੂਰ ਪ੍ਰਿਪੇਅਰ ਕਰਿਓ। ਅਤੇ 20 ਮਾਰਕਸ ਦੀ ਇਹਦੇ 'ਚ ਆਉਣੀ ਹੈ ਪੰਜਾਬ GK। ਠੀਕ ਹੈ ਨਾ, ਪੰਜਾਬ ਦੀ ਹਿਸਟਰੀ, ਜੀਓਗ੍ਰਾਫੀ, ਇਹ ਸਾਰਾ ਕੁਛ ਉਹਦੇ 'ਚ ਕੰਬਾਈਨ ਹੋਊਗਾ। ਪੰਜਾਬ ਦਾ ਕਲਚਰ ਹੋ ਸਕਦਾ ਹੈ, ਕੁਛ ਵੀ ਕੁਐਸਚਨ ਉਹ ਪਾ ਸਕਦੇ ਨੇ। ਸੋ 20 ਨੰਬਰ ਦੀ ਆ ਹੋਗੀ। ਸੋ 30 ਦੀ ਰੀਜ਼ਨਿੰਗ ਮੈਂਟਲ ਐਬਿਲਿਟੀ, 30 ਦੀ GK ਹੋ ਗਈ 60, 15 ਦੀ ਅਤੇ 15 ਦੀ ਇੰਗਲਿਸ਼, 15 ਦੀ ਪੰਜਾਬੀ, 30 ਆ ਜੋੜ ਦਿਓ 90 ਹੋ ਗਏ, 10 ਦੀ ਕੰਪਿਊਟਰ 100 ਹੋ ਗਿਆ ਅਤੇ 20 ਦੀ ਤੁਹਾਡੀ ਪੰਜਾਬ ਹੈ। ਸੋ ਇਹ 6 ਭਾਗਾਂ ਦੇ ਵਿੱਚ ਤੁਸੀਂ ਤਿਆਰੀ ਕਰਨੀ ਹੈ। 6 ਸੈਕਸ਼ਨ ਮੰਨ ਲਓ, ਜਿਹਦੇ ਵਿੱਚ ਮੈਂ ਪਹਿਲੇ 2 ਨੂੰ ਤਾਂ ਕੰਬਾਈਨ ਨਹੀਂ ਕਰ ਦਿੰਦਾ, ਟੋਟਲ 5 ਹੋ ਗਏ। ਠੀਕ ਹੈ, ਸੋ ਪਾਰਟ 1 ਪਾਰਟ 2 ਬਣਾ ਲਓ। ਪਾਰਟ 1 ਦੇ ਵਿੱਚ GK ਰੀਜ਼ਨਿੰਗ ਮੈਥ ਇਹ ਰੱਖੋ, ਪਾਰਟ 2 ਦੇ ਵਿੱਚ ਇੰਗਲਿਸ਼, ਪੰਜਾਬੀ, ਕੰਪਿਊਟਰ ਅਤੇ ਪੰਜਾਬ ਨੂੰ ਰੱਖੋ। ਅਤੇ ਜੇ ਤੁਸੀਂ ਇਹਨਾਂ ਨੂੰ ਪ੍ਰੋਪਰਲੀ ਤਿਆਰ ਕਰ ਲੈਂਦੇ ਹੋ ਡੈਫੀਨੇਟਲੀ ਤੁਹਾਡਾ ਐਗਜ਼ਾਮ ਬਹੁਤ ਵਧੀਆ ਜਾਏਗਾ। ਹੁਣ ਦੇਖੋ ਪੰਜਾਬੀ ਦੇ ਅਤੇ ਕੰਪਿਊਟਰ ਦੇ ਨੋਟਸ ਤਾਂ ਮੈਂ ਡਿਸਕ੍ਰਿਪਸ਼ਨ 'ਚ ਪਾ ਦਿੱਤੇ ਹੈ, ਤੁਸੀਂ ਉੱਥੋਂ ਡਾਊਨਲੋਡ ਕਰ ਲੈਣੇ ਆ। ਹੁਣ ਰਿਮੇਨਿੰਗ ਜੋ ਪੋਰਸ਼ਨ ਹੈ ਉਹਨਾਂ ਨੂੰ ਆਪਾਂ ਸਟੈਪ ਬਾਏ ਸਟੈਪ ਕਰਾਂਗੇ। ਹੁਣ ਸਭ ਤੋਂ ਪਹਿਲਾਂ ਦੇਖੋ ਜੋ ਪੰਜਾਬ GK ਹੈ, ਪੰਜਾਬ GK ਤੁਸੀਂ ਪਹਿਲਾਂ ਇੰਡੀਆ ਦੀ GK ਪੜ੍ਹ ਲਿਓ, ਫਿਰ ਉਸ ਤੋਂ ਬਾਅਦ ਉਹਨੂੰ ਟੱਚ ਕਰਿਓ। ਵਾਈ? ਬਿਕੋਜ਼ ਪੰਜਾਬ ਦੀ GK ਤੁਹਾਨੂੰ ਕਾਫੀ ਹੱਦ ਤੱਕ ਆਉਂਦੀ ਹੋਊਗੀ, ਸਮਝ ਹੋਊਗੀ, ਕਿਉਂਕਿ ਤੁਸੀਂ ਪੰਜਾਬ ਦੇ ਹੀ ਰਹਿਣ ਵਾਲੇ ਹੋ। ਸੋ ਜਦ ਇੰਡੀਆ ਦੀ GK ਪੜ੍ਹੋਗੇ ਆਟੋਮੈਟਿਕਲੀ ਜਦ ਉਹਦਾ ਪਾਰਟ ਆਊਗਾ ਪੰਜਾਬ ਦਾ, ਫਿਰ ਤੁਸੀਂ ਉਹਨੂੰ ਪੜ੍ਹਿਓ, ਵਧੀਆ ਤਿਆਰੀ ਹੋਏਗੀ। ਠੀਕ ਹੈ,
ਤੇ ਮੈਥ ਰੀਜ਼ਨਿੰਗ ਦੀ ਮੈਂ ਤੁਹਾਨੂੰ ਸੁਜੈਸ਼ਨ ਦੇਣਾ, RS ਅਗਰਵਾਲ ਜੋ ਬੁੱਕ ਹੈ ਉਹਨੂੰ ਰੱਟ ਲਓ ਚੰਗੀ ਤਰ੍ਹਾਂ, ਸਿੱਧਾ ਕਾਪੀ ਪੇਸਟ ਹੀ ਕਿੰਨੇ ਕੁਐਸਚਨ ਉੱਥੋਂ ਦੀ ਆਉਗੇ ਰੀਜ਼ਨਿੰਗ ਐਂਡ ਮੈਥਮੈਟਿਕਸ ਦੇ, ਠੀਕ ਹੈ। ਸੋ 30 ਮਾਰਕਸ ਬੇਸਿਕ ਆਣੀ ਹੈ, ਕੋਈ ਜ਼ਿਆਦਾ ਹਾਈਫਾਈ ਨਹੀਂ ਹੋਊਗੀ, ਟਾਈਮ ਇੰਨਾ ਖੁੱਲਾ ਹੋਊਗਾ ਕਿ ਤੁਸੀਂ ਆਰਾਮ ਨਾਲ ਕਰ ਸਕਦੇ ਹੋ। ਸੋ ਜੋ ਕੈਲੰਡਰ ਚੈਪਟਰ ਹੈ, ਡਾਈਸ ਚੈਪਟਰ ਹੈ, ਕਾਰਡਸ ਚੈਪਟਰ ਹੈ, ਤੇ ਮਿਰਰ ਇਮੇਜ ਇੱਦਾਂ ਦੇ ਵੀ ਕੁਐਸਚਨ ਆ ਜਾਂਦੇ ਆ। ਤੇ ਫਿਰ ਉਸ ਤੋਂ ਬਾਅਦ ਤੁਸੀਂ ਡਾਇਰੈਕਸ਼ਨ, ਬਲੱਡ ਰਿਲੇਸ਼ਨ, ਇੱਦਾਂ ਦੇ ਜਿੰਨੇ ਵੀ ਚੈਪਟਰ ਨੇ ਰੀਜ਼ਨਿੰਗ ਦੇ ਪ੍ਰੋਪਰਲੀ ਕਰ ਲਓ, ਠੀਕ ਹੈ ਨਾ। ਇਹ ਬੇਸਿਕ ਵਾਲੇ ਆਣੇ, ਕੋਈ ਬੈਂਕਿੰਗ ਲੈਵਲ ਦੀ ਨਹੀਂ ਤੁਹਾਨੂੰ ਰੀਜ਼ਨਿੰਗ ਇੱਥੇ ਦੱਸੀ ਜਾਏਗੀ। ਵੇਅਰ ਐਜ਼ ਮੈਥਸ ਦੇ ਵਿੱਚ ਵੀ ਤੁਸੀਂ ਫੰਡਾਮੈਂਟਲ ਮੈਥਸ ਕਰਨੀ ਹੈ, ਅਰਥਮੈਟਿਕ ਮੈਥਸ ਕਰਨੀ ਹੈ, ਐਡਵਾਂਸ ਮੈਥ ਕਰਨ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ। ਦੇਖੋ ਅਰਥਮੈਟਿਕ ਦੇ ਵਿੱਚ ਜਿਹੜੀ ਆਉਂਦੀ ਹੈ ਉਹ ਹੈ ਪ੍ਰੋਫਿਟ ਲਾਸ, ਸਪੀਡ ਡਿਸਟੈਂਸ, ਟਾਈਮ ਐਂਡ ਵਰਕ, ਸਿੰਪਲ ਇੰਟਰਸਟ, ਕੰਪਾਊਂਡ ਇੰਟਰਸਟ, ਏਰੀਆ, ਵੋਲਿਊਮ, ਇੱਦਾਂ ਦੇ ਚੈਪਟਰ ਦੀ ਮੈਂ ਗੱਲ ਕਰ ਰਿਹਾ, ਇਹੀ ਤੁਹਾਨੂੰ ਆਉਣਗੇ। ਵੇਅਰ ਐਜ਼ ਹੁਣ ਜੋ ਬਚਿਆ ਸੈਕਸ਼ਨ ਜੀਕੇ ਦਾ, ਇਹ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸਦਾ ਕਿਵੇਂ ਪ੍ਰਿਪੇਅਰ ਕਰਨਾ ਹੈ। ਸੋ ਹੁਣ ਆਪਾਂ ਦੇਖਦੇ ਹਾਂ ਕਿ ਜੀਕੇ ਦੀ ਪ੍ਰਿਪਰੇਸ਼ਨ ਕਿਵੇਂ ਕਰਨੀ ਹੈ। ਸੋ ਜੀਕੇ ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈ। ਸੋ ਜੀਕੇ ਨੂੰ ਮੈਂ ਇਸ ਵੀਡੀਓ 'ਚ ਇਲੈਬੋਰੇਟ ਕਰ ਰਿਹਾ। ਹੁਣ ਦੇਖੋ ਜੀਕੇ ਜੇ ਆਪਾਂ ਪ੍ਰਿਪੇਅਰ ਕਰਨੀ ਹੈ, ਸਾਨੂੰ ਇੱਕ ਵੇ ਸਮਝਣਾ ਪਏਗਾ ਕਿ ਕਿਵੇਂ ਆਪਾਂ ਜੀਕੇ ਪੜ੍ਹ ਸਕਦੇ ਹਾਂ। ਸੋ ਦੇਖੋ ਤੁਹਾਨੂੰ ਮੈਂ ਇੱਕ ਕਹਾਣੀ ਸੁਣਾਉਣਾ, ਉਸ ਵੇ ਨੂੰ ਸਮਝਿਓ ਕੀ ਮੈਂ ਕਹਿਣਾ ਚਾਹ ਰਿਹਾ ਉਹਦੇ 'ਚ। ਦੇਖੋ ਗੱਲ ਹੈ 15 ਜਨਵਰੀ 1784 ਦੀ। 15 ਜਨਵਰੀ 1784 ਦੇ ਵਿੱਚ ਸਰ ਵਿਲੀਅਮ ਜੌਨਸ ਇੱਕ ਪਰਸਨ ਸੀਗੇ ਜਿਹੜੇ ਕਿ ਬੰਗਾਲ ਦੇ ਵਿੱਚ ਜਿਨ੍ਹਾਂ ਨੇ ਏਸ਼ੀਆਟਿਕ ਸੁਸਾਇਟੀ ਬਣਾਈ ਸੀ। ਸਰ ਵਿਲੀਅਮ ਜੌਨਸ ਨੇ 15 ਜਨਵਰੀ 1784 ਦੇ ਵਿੱਚ 30 ਬੰਦਿਆਂ ਦੇ ਨਾਲ ਮੀਟਿੰਗ ਕੀਤੀ ਜੋ ਉਸ ਸਮੇਂ ਬ੍ਰਿਟਿਸ਼ਰਸ ਉਸ ਰੀਜਨ ਦੇ ਵਿੱਚ ਬੰਗਾਲ 'ਚ ਰਹਿੰਦੇ ਸੀਗੇ। ਇਹਨਾਂ ਨੇ ਸਾਰਿਆਂ ਨੂੰ ਇਨਵਾਈਟ ਕੀਤਾ ਤੇ ਕਿਹਾ ਕਿ ਆਪਾਂ ਇੱਕ ਇੱਦਾਂ ਦੀ ਸੁਸਾਇਟੀ, ਇੱਕ ਇੱਦਾਂ ਦਾ ਗਰੁੱਪ ਤਿਆਰ ਕਰਦੇ ਹਾਂ ਜਿਹੜਾ ਕੀ ਕਰੇਗਾ ਏਸ਼ੀਆ ਰੀਜਨ ਦੇ ਵਿੱਚ, ਸਪੈਸ਼ਲੀ ਇੰਡੀਆ ਦੀ ਗੱਲ ਹੋ ਰਹੀ ਹੈ, ਇਸ ਰੀਜਨ ਦੇ ਨੁਕਸ ਐਂਡ ਕਾਰਨਰਸ ਮਤਲਬ ਜਿਓਗ੍ਰਾਫੀਕਲ ਲੋਕੇਸ਼ਨਸ ਨੂੰ ਸਮਝੇਗਾ। ਹੁਣ ਕਿਸੇ ਦੇਸ਼ ਦੀ ਜਿਓਗ੍ਰਾਫੀ ਜਦ ਕੋਈ ਬੰਦਾ ਸਮਝਣ ਨਿਕਲਦਾ ਹੈ, ਉਸ ਦੇਸ਼ ਦੀ ਜਿਓਗ੍ਰਾਫੀ ਦੇ ਨਾਲ ਨਾਲ ਉਸ ਦੇਸ਼ ਦਾ ਕਲਚਰ, ਉਸ ਦੇਸ਼ ਦਾ ਇਤਿਹਾਸ ਉਹ ਬੰਦਾ ਸਮਝਦਾ ਜਾਂਦਾ ਹੈ। ਸੋ ਏਸ਼ੀਆਟਿਕ ਸੁਸਾਇਟੀ ਦਾ ਮਕਸਦ ਹੀ ਇਹ ਸੀਗਾ ਕਿ ਆਪਾਂ ਇਸ ਦੇਸ਼ ਦੀ ਜਿਓਗ੍ਰਾਫੀ ਦੇ ਨਾਲ ਨਾਲ ਇਤਿਹਾਸ ਨੂੰ ਸਮਝੀਏ। ਸੋ ਇੱਥੇ ਸਾਨੂੰ ਉਦਾਹਰਣ ਮਿਲਦੇ ਨੇ ਬਹੁਤ ਫੇਮਸ ਪਰਸਨੈਲਿਟੀਜ਼ ਦੇ। ਸੋ ਜਦ ਸਰ ਵਿਲੀਅਮ ਜੌਨਸ ਨੇ ਇਹ ਸ਼ੁਰੂਆਤ ਕੀਤੀ, ਨਾਲ ਉਹਨਾਂ ਦੇ ਚਾਰਲਸ ਵਿਲਕਿਨ ਐਂਡ ਅਲੈਗਜ਼ੈਂਡਰ ਹੈਮਿਲਟਨ ਵਰਗੇ ਲੋਕ ਜੁੜੇ ਜਿਨ੍ਹਾਂ ਨੇ ਇਸ ਚੀਜ਼ ਨੂੰ ਸਟਾਰਟ ਕੀਤਾ ਤੇ ਇੰਡੀਆ ਦੀ ਖੋਜ ਨੂੰ ਨਿਕਲ ਗਏ, ਇੰਡੀਆ ਦੀ ਜਿਓਗ੍ਰਾਫੀ ਦੇਖੀ, ਇੰਡੀਆ ਦੇ ਇਤਿਹਾਸ ਨੂੰ ਸਮਝਣਾ ਸ਼ੁਰੂ ਕੀਤਾ। ਸੋ ਇਹਨਾਂ ਦੇ ਵਿੱਚ ਹੀ ਇੱਕ ਆਉਂਦੇ ਜੇਮਸ ਪ੍ਰਿੰਸੈਪ, ਜਿਨ੍ਹਾਂ ਨੇ ਜੋ ਆਪਾਂ ਪੜ੍ਹਦੇ ਹਾਂ ਨਾ ਅਸ਼ੋਕਾ ਦਾ ਰਾਜ ਪੜ੍ਹਦੇ ਹਾਂ, ਅਸ਼ੋਕਾ ਦੇ ਸਮੇਂ ਦੇ ਵਿੱਚ ਕਿਹੜੀ ਕਿਹੜੀ ਸਕ੍ਰਿਪਟ ਯੂਜ਼ ਹੋਈ ਸੀ, ਇਹ ਸਾਰਾ ਕੁਝ ਜੇਮਸ ਪ੍ਰਿੰਸੈਪ ਨੇ ਖੋਜਿਆ ਸੀ। ਉਹ ਵੀ ਇਸ ਏਸ਼ੀਆਟਿਕ ਸੁਸਾਇਟੀ ਤੋਂ ਹੀ ਅੱਗੇ ਬਣਿਆ ਸੀ। ਸੋ 1828 ਤੱਕ ਤਾਂ ਅੰਗਰੇਜ਼ਾਂ ਨੇ ਇਹ ਦੇਖਿਆ ਕਿ ਅਸੀਂ ਬ੍ਰਿਟਿਸ਼ਰਸ ਨੂੰ ਹੀ ਰਿਕਮੈਂਡ ਕਰਾਂਗੇ ਕਿਉਂਕਿ ਆਪਾਂ ਇੰਡੀਆ ਨੂੰ ਸਮਝਣਾ ਹੈ ਤੇ ਇੱਥੇ ਰੂਲ ਕਰਨਾ ਹੈ ਪ੍ਰੋਪਰਲੀ। ਸੋ ਹਮੇਸ਼ਾ ਅੰਗਰੇਜ਼ਾਂ ਨੂੰ ਹੀ ਰੱਖਦੇ ਸੀ। ਬਟ ਲੇਟਰ ਉਹਨੂੰ ਸਮਝੇ ਜਦ ਉਹਨਾਂ ਦੇ ਇੱਕ ਫੇਮਸ ਪਰਸਨ, ਉਹਨਾਂ ਦਾ ਇੱਕ ਫੇਮਸ ਡਾਇਰੈਕਟਰ ਆਉਂਦਾ ਐਚ ਵਿਲਸਨ ਨੇ ਕਿਹਾ ਕਿ ਜੇ ਇੰਡੀਆ ਨੂੰ ਸਮਝਣਾ ਹੈ ਤੇ ਇੰਡੀਅਨਸ ਦੀ ਹੈਲਪ ਲੈਣੀ ਪਏਗੀ। ਸੋ 1829 ਤੋਂ ਐਚ ਵਿਲਸਨਸ ਦੇ ਦੁਆਰਾ ਇੰਡੀਅਨਸ ਨੂੰ ਵੀ ਰਿਕਮੈਂਡ ਕਰਨਾ ਸ਼ੁਰੂ ਕੀਤਾ ਗਿਆ। ਇੰਡੀਅਨਸ ਵੀ ਇਲੈਕਟ ਕੀਤੇ ਗਏ ਏਸ਼ੀਆਟਿਕ ਸੁਸਾਇਟੀ ਦੇ ਵਿੱਚ, ਜਿਹਦੇ ਉਦਾਹਰਨ ਨੇ ਦਵਾਰਕ ਨਾਥ ਟੈਗੋਰ ਐਂਡ ਸ਼ਿਵ ਚੰਦਰ ਦਾਸ ਐਂਡ ਗੋਵਿੰਦ ਰॉय। ਇੱਦਾਂ ਦੇ ਕੁਝ ਫੇਮਸ ਆਰਕੋਲੋਜਿਸਟ ਇੰਡੀਅਨਸ ਜਿਹੜੇ ਸੀਗੇ ਉਹਨਾਂ ਨੂੰ ਵੀ ਇਹਨਾਂ ਨੇ ਏਸ਼ੀਆਟਿਕ ਸੁਸਾਇਟੀ 'ਚ ਇਨਕਲੂਡ ਕੀਤਾ। ਹੁਣ ਦੇਖੋ ਇਹ ਇੱਥੋਂ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਇੰਡੀਆ ਨੂੰ ਖੋਜਣਾ ਸ਼ੁਰੂ ਕਰਦੇ ਹੈ, ਪੈਰਲਲ ਹੀ ਇੰਡੀਆ ਦੇ ਵਿੱਚ ਕੰਸਟਰਕਸ਼ਨ ਐਕਟੀਵਿਟੀਜ਼ ਵੀ ਚੱਲ ਰਹੀਆਂ ਹੁੰਦੀਆਂ। 1850 ਦੇ ਕਰੀਬ ਜਦ ਇੰਡੀਆ ਦੇ ਵਿੱਚ ਰੇਲਵੇ ਪਲਾਨ ਕੀਤੀ ਜਾ ਰਹੀ ਸੀ ਤੇ ਉਹਨਾਂ ਨੇ ਇੰਡੀਆ ਦੇ ਅਲੱਗ-ਅਲੱਗ ਰੀਜਨਸ ਨੂੰ ਸਟੱਡੀ ਕਰ ਚੁੱਕੇ ਸੀ ਤੇ ਉਹਨਾਂ ਨੇ ਦੇਖਿਆ ਕਿ ਸਾਨੂੰ ਬੰਗਾਲ, ਪੰਜਾਬ, ਬੰਬੇ, ਲਖਨਊ ਇਸ ਰੀਜਨ ਦੇ ਵਿੱਚ ਕਨੈਕਟੀਵਿਟੀ ਫਾਸਟ ਚਾਹੀਦੀ ਹੈ। ਸੋ ਉਹਨਾਂ ਨੇ 1853 ਦੇ ਵਿੱਚ ਰੇਲਵੇ ਲਾਈਨ ਵਿਛਾਈ ਜੋ ਕਿ ਤੁਸੀਂ ਜਾਣਦੇ ਹੋ ਬੋਰੀਬੰਦਰ ਬੰਬੇ ਦੇ ਵਿੱਚ ਸਟਾਰਟ ਕੀਤੀ। ਬੰਬੇ ਤੋਂ ਥਾਣੇ ਤੱਕ 34 ਕਿਲੋਮੀਟਰ ਦਾ ਜੋ ਇਹਨਾਂ ਨੇ ਟਰੈਕ ਵਿਛਾਇਆ ਸੀ ਉਹ ਕਾਮਯਾਬ ਰਹੇ ਉਹਨੂੰ ਬਣਾਉਣ ਦੇ ਵਿੱਚ। ਫਿਰ ਇਹਨਾਂ ਨੇ ਇਹੀ ਪਲਾਨ ਕੀਤਾ ਸੀ 1853 ਤੋਂ ਬਾਅਦ ਅਲੱਗ-ਅਲੱਗ ਰੀਜਨ 'ਚ ਵਿਛਾਉਣ ਦੇ ਲਈ। 160 ਕਿਲੋਮੀਟਰ ਲੰਬਾ ਜਦ ਇਹ ਟਰੈਕ ਵਿਛਾਉਣ ਲੱਗੇ ਹੁੰਦੇ ਹੈ ਫਰੋਮ ਮੁਲਤਾਨ ਟੂ ਲਾਹੌਰ, ਉਸ ਰੀਜਨ ਦੇ ਵਿੱਚ ਜਦੋਂ ਟਰੈਕ ਵਿਛਾ ਰਹੇ ਹੁੰਦੇ ਹੈ ਉਹਦੇ ਵਿੱਚ ਉਹਨਾਂ ਨੂੰ ਜੋ ਸੀਮੈਂਟ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਖੁਦਾਈ ਕਰਦੇ ਨੇ
ਤੇ ਉਹ ਜੋ ਰੇਤਾ ਤੇ ਉਸ ਤੋਂ ਬਾਅਦ ਸੀਮੈਂਟ ਨੂੰ ਯੂਜ਼ ਕਰਨਾ ਹੁੰਦਾ ਹੈ ਉਹ ਉਸੇ ਰੀਜਨ ਦੀ ਮਿੱਟੀ ਨੂੰ ਹੀ ਖੋਦਦੇ ਨੇ। ਸੋ ਖੁਦਾਈ ਦੇ ਦੌਰਾਨ ਉੱਥੇ ਉਹਨਾਂ ਨੂੰ ਸਿੰਧੂ ਘਾਟੀ ਸੱਭਿਅਤਾ ਦੇ ਐਵੀਡੈਂਸ ਮਿਲਦੇ ਨੇ। ਸੋ ਇਹੀ ਐਵੀਡੈਂਸ ਉਹ ਯੂਜ਼ ਕਰਦੇ ਨੇ ਇੰਡੀਆ ਦੇ ਇਤਿਹਾਸ ਨੂੰ ਸਮਝਣ ਦੇ ਲਈ। ਸੋ ਇੱਥੇ ਉਹਨਾਂ ਦੇ ਇੱਕ ਬਹੁਤ ਫੇਮਸ ਆਰਕੀਓਲੋਜਿਸਟ ਆਉਂਦੇ ਨੇ ਅਲੈਗਜ਼ੈਂਡਰ ਕਨਿੰਗਮ, ਜੋ ਕਿ ਇੰਡੀਆ ਦੀ ਹਿਸਟਰੀ ਇੱਥੋਂ ਦੀ ਸ਼ੁਰੂਆਤ ਕਰਦੇ ਨੇ। ਕਿੱਥੋਂ, ਕਿਹੜੀ ਵਾਲੀ? ਇੰਡਸ ਵੈਲੀ ਸਿਵਲਾਈਜੇਸ਼ਨ ਵਾਲੀ। ਸੋ ਇੰਡੀਆ ਦੀ ਹਿਸਟਰੀ ਸਟਾਰਟ ਹੁੰਦੀ ਹੈ ਇੰਡਸ ਵੈਲੀ ਸਿਵਲਾਈਜੇਸ਼ਨ, ਜਿਸ ਨੂੰ ਸ਼ੁਰੂਆਤ ਵੀ ਕੀਤੀ ਜਾਂਦੀ ਹੈ ਮਤਲਬ ਇੱਕ ਤਰੀਕੇ ਦਾ ਸਾਨੂੰ ਹਿਸਟਰੀ ਜੇ ਪੜ੍ਹਨੀ ਹੈ, ਹਿਸਟਰੀ ਪੜ੍ਹਨ ਦੇ ਲਈ ਵੀ ਬ੍ਰਿਟਿਸ਼ਰਸ ਦੀ ਹੈਲਪ ਲੈਣੀ ਪੈਂਦੀ ਹੈ। ਸੋ ਬ੍ਰਿਟਿਸ਼ਰਸ ਜਦ ਇਹ ਐਕਟੀਵਿਟੀਜ਼ ਕਰ ਰਹੇ ਹੁੰਦੇ ਨੇ ਤਦ ਉਸ ਤੋਂ ਬਾਅਦ ਇੰਡੀਅਨਸ ਨੂੰ ਵੀ ਪਤਾ ਲੱਗਦਾ ਕਿ ਇਹ ਸਾਰਾ ਕੁਝ ਚੱਲ ਰਿਹਾ ਸੀ ਇੰਡੀਆ 'ਚ। ਸੋ ਇਹ ਕੰਸਟਰਕਸ਼ਨ ਐਕਟੀਵਿਟੀ ਰੋਕੀ ਗਈ ਸਚ ਡੈਟ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ 1857 ਜੋ ਰਿਵੋਲਟ ਹੋਇਆ ਸੀ ਉਹਦੇ ਕਰਕੇ ਉਹਨਾਂ ਨੇ ਐਕਟੀਵਿਟੀ ਰੋਕਤੀ ਸਚ ਡੈਟ ਕਿ ਇੰਡੀਅਨਸ ਹੋਰ ਜ਼ਿਆਦਾ ਮੋਟੀਵੇਟ ਨਾ ਹੋ ਜਾਣ ਆਜ਼ਾਦੀ ਦੇ ਲਈ। ਕਿਉਂਕਿ ਇੰਡੀਅਨਸ ਨੂੰ ਜੇ ਪਤਾ ਲੱਗਦਾ ਕਿ ਇੰਡੀਆ ਦਾ ਇਤਿਹਾਸ ਬਹੁਤ ਪੁਰਾਣਾ ਹੈ, ਬਹੁਤ ਪੁਰਾਤਨ ਸਮੇਂ ਤੋਂ ਇੰਡੀਅਨਸ ਇਸ ਰੀਜਨ 'ਚ ਰਹਿ ਰਹੇ ਨੇ ਤੇ ਹੋਰ ਬਹੁਤ ਸਾਰੀ ਡਿਸਕਵਰੀਜ਼ ਹੁੰਦੀਆਂ ਨੇ ਤੇ ਕੱਲ ਨੂੰ ਡਿਮਾਂਡ ਜ਼ਿਆਦਾ ਕਰ ਸਕਦੇ ਨੇ, ਇਸ ਲਈ ਇੱਦਾਂ ਦੀ ਜੋ ਖੋਜ ਹੋ ਰਹੀ ਸੀ ਉਹਨੂੰ ਦਬਾਇਆ ਗਿਆ। ਸੋ ਲੇਟਰ ਔਨ ਜਦ ਇੰਡੀਅਨਸ ਹੀ ਆਰਕੋਲੋਜਿਸਟ ਅੱਗੇ ਆਉਂਦੇ ਨੇ, ਉਹ ਖੁਦਾਈ ਕਰਦੇ ਨੇ ਤੇ ਸਮਝਦੇ ਨੇ, ਫਿਰ ਉਹਨਾਂ ਨੇ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਸ਼ੁਰੂਆਤ ਕਰਦੇ ਨੇ, ਸਮਝਦੇ ਨੇ, ਉਹਨੂੰ ਪ੍ਰੋਪਰਲੀ ਐਕਸਪਲੇਨ ਕਰਦੇ ਨੇ। ਸੋ ਇੱਦਾਂ ਹੀ ਤੁਸੀਂ ਸ਼ੁਰੂਆਤ ਕਰ ਸਕਦੇ ਹੋ ਆਪਣੀ ਹਿਸਟਰੀ ਦੀ ਸਟੱਡੀ ਦੀ। ਸੋ ਹਿਸਟਰੀ ਪੜ੍ਹੋ, ਹਿਸਟਰੀ ਪੜ੍ਹਦੇ ਪੜ੍ਹਦੇ ਜਦ ਹਿਸਟਰੀ ਪੜ੍ਹਦੇ ਜਾਓਗੇ ਨਾ ਤੁਸੀਂ ਕਿ ਕਿੱਦਾਂ ਸਿੰਧੂ ਘਾਟੀ ਸੱਭਿਅਤਾ ਆਈ ਤੇ ਉਹ ਨਾਰਥ ਇੰਡੀਆ ਤੋਂ ਤੁਸੀਂ ਪੜ੍ਹੋਗੇ, ਜਿਓਗ੍ਰਾਫੀ ਤੁਹਾਡੀ ਨਾਲ ਕਵਰ ਹੋਊਗੀ। ਸੋ ਇੱਦਾਂ ਤੁਸੀਂ ਸਾਰੇ ਸਬਜੈਕਟ ਰਿਲੇਟ ਕਰਨੇ ਨੇ। ਸੋ ਆਫਟਰ ਇੰਡਸ ਵੈਲੀ ਸਿਵਲਾਈਜੇਸ਼ਨ ਜਾਂ ਤੁਸੀਂ ਵੈਦਿਕ ਕਲਚਰ ਪੜ੍ਹੋਗੇ, ਵੈਦਿਕ ਲਿਟਰੇਚਰ ਪੜ੍ਹੋਗੇ, ਆਰੀਅਨਸ ਪੜ੍ਹੋਗੇ, ਫਿਰ ਉਸ ਤੋਂ ਬਾਅਦ ਪ੍ਰੀ ਮੌਰੀਅਨ ਏਜ ਆਊਗੀ, ਦੈਨ ਤੁਸੀਂ ਮਹਾਜਨਪਦ, ਫਿਰ ਦੈਨ ਮੌਰੀਅਨ ਏਜ, ਤੇ ਉਹਦੇ ਵਿੱਚ ਮਗਧ ਐਮਪਾਇਰ ਆਉਂਦਾ, ਸੌਰੀ ਮਗਧ ਐਮਪਾਇਰ ਦੇ ਵਿੱਚ ਫਿਰ ਤੁਸੀਂ ਹਰਿਅੰਕਾ, ਸ਼ਿਸ਼ੂਨਾਗ, ਨੰਦਾ, ਮੌਰਿਆ, ਆ ਸਾਰਾ ਜਦ ਪੜ੍ਹਦੇ ਜਾਓਗੇ ਨਾ ਨਾਰਥ ਇੰਡੀਆ ਤੋਂ ਹੌਲੀ ਹੌਲੀ ਜਦ ਤੁਸੀਂ ਸੈਂਟਰਲ ਇੰਡੀਆ ਜਾਂ ਈਸਟਰਨ ਇੰਡੀਆ ਨੂੰ ਮੂਵ ਕਰੋਗੇ, ਜਦ ਆਪਾਂ ਦੇਖਦੇ ਹਾਂ ਮੌਰੀਅਨ ਐਮਪਾਇਰ ਕਿੱਦਾਂ ਕਲਿੰਗਾ ਦੇ ਉੱਤੇ ਹਮਲਾ ਕਰਦਾ, ਆਪਾਂ ਬਿਲਕੁਲ ਐਕਸਟ੍ਰੀਮ ਤੱਕ ਚੱਲ ਜਾਂਦੇ ਈਸਟ ਦੇ, ਠੀਕ ਹੈ। ਫਿਰ ਹੌਲੀ ਹੌਲੀ ਜਦ ਉੱਧਰੋਂ ਦੀ ਨੀਚੇ ਆਉਂਦੇ ਹਾਂ, ਸਾਊਥ ਸਦਰਨ ਰੀਜਨ ਵੱਲ ਆਉਂਦੇ ਹਾਂ, ਸਾਨੂੰ ਆਟੋਮੈਟਿਕਲੀ ਜਿਓਗ੍ਰਾਫੀ ਵੀ ਸਮਝ ਆਉਂਦੀ ਜਾਏਗੀ। ਸੋ ਹਿਸਟਰੀ ਦੇ ਨਾਲ ਹੀ ਜਿਓਗ੍ਰਾਫੀ ਰਿਲੇਟ ਕਰੋਗੇ ਤੁਸੀਂ। ਸੋ ਜਦ ਫਿਰ ਉਸ ਤੋਂ ਬਾਅਦ ਗੁਪਤਾ ਐਮਪਾਇਰ ਆਇਆ, ਫਿਰ ਹਰਸ਼ਾ ਆਇਆ, ਫਿਰ ਉਹ ਆਪਣਾ ਏਨਸ਼ੀਅੰਟ ਇੰਡੀਆ ਕੰਪਲੀਟ ਹੁੰਦਾ ਹੈ। ਦੈਨ ਮਿਡੀਵੀਅਲ ਇੰਡੀਆ ਆਉਂਦਾ। ਮਿਡੀਵੀਅਲ ਇੰਡੀਆ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇੱਕ ਨਿਊ ਰਿਲੀਜਨ ਇੰਡੀਆ 'ਚ ਆ ਜਾਂਦਾ, ਇਸਲਾਮ ਇੰਡੀਆ 'ਚ ਆ ਜਾਂਦਾ ਹੈ, ਠੀਕ ਹੈ। ਫਿਰ ਉਹ ਕਿੱਦਾਂ ਕਿੱਦਾਂ ਇੰਡੀਆ ਦੇ ਉੱਤੇ ਕੰਟਰੋਲ ਕਰਦਾ ਹੈ, ਫਿਰ ਇਹ ਸਾਰੀ ਚੀਜ਼ਾਂ ਸਾਨੂੰ ਦਿੱਲੀ ਸਲਤਨਤ ਦੇ ਵਿੱਚ ਪੜ੍ਹਨ ਨੂੰ ਮਿਲਦੀ ਹੈ, ਠੀਕ ਹੈ। ਸੋ ਇਲਬਾਰੀ, ਖਿਲਜੀ, ਤੁਗਲਕ, ਸੈਯਦ ਲੋਧੀ, ਸਾਰੇ ਪੰਜ ਵੰਸ਼ ਪੜ੍ਹਾਂਗੇ। ਫਿਰ ਬਾਬਰ ਮਤਲਬ ਮੁਗਲ ਐਮਪਾਇਰ ਸ਼ੁਰੂ ਹੋ ਜਾਂਦਾ ਹੈ। ਫਿਰ ਮਿਡੀਵੀਅਲ ਤੋਂ ਬਾਅਦ ਜਦ ਬ੍ਰਿਟਿਸ਼ ਰੂਲ ਆਉਂਦਾ ਹੈ ਤੇ ਬ੍ਰਿਟਿਸ਼ਰ ਰੂਲ ਦੇ ਨਾਲ ਹੀ ਆਪਾਂ ਇੰਡੀਅਨ ਪੋਲਿਟੀ ਵੀ ਸਟਾਰਟ ਕਰ ਦਿੰਦੇ ਹਾਂ। ਇੱਕ ਬਹੁਤ ਵਧੀਆ ਇੱਕ ਮਿਕਸਚਰ ਬਣ ਜਾਂਦਾ ਹੈ। ਤਿੰਨੋਂ ਸਬਜੈਕਟ ਇੰਪੋਰਟੈਂਟ ਹੈ। ਮੇਜਰ ਸਬਜੈਕਟ ਜੀਕੇ 'ਚ ਕਿਹੜੇ ਨੇ? ਹਿਸਟਰੀ, ਜਿਓਗ੍ਰਾਫੀ ਐਂਡ ਇੰਡੀਅਨ ਪੋਲਿਟੀ। ਇਹ ਤਿੰਨ ਮੇਜਰ ਸਬਜੈਕਟ ਨੇ, ਇਹ ਤਿੰਨੋਂ ਇਕੱਠੇ ਹੀ ਪੜ੍ਹਨੇ ਹੁੰਦੇ ਆ ਇੱਕ ਵੇ ਦੇ ਨਾਲ, ਠੀਕ ਹੈ। ਸੋ ਵੇ ਮੈਂ ਤੁਹਾਨੂੰ ਦੱਸਿਆ ਕਿ ਇਸ ਤਰੀਕੇ ਨਾਲ ਸਟੋਰੀ ਵਾਈਜ਼ ਪੜ੍ਹਿਓ, ਤੁਹਾਨੂੰ ਆਟੋਮੈਟਿਕਲੀ ਇੱਕ ਇੱਕ ਚੀਜ਼ ਸਮਝ ਆ ਜਾਏਗੀ, ਠੀਕ ਹੈ। ਸੋ ਜਦ ਤੁਸੀਂ ਇੰਡੀਅਨ ਹਿਸਟਰੀ ਦੇ ਵਿੱਚ ਮਾਡਰਨ ਹਿਸਟਰੀ ਸ਼ੁਰੂ ਕਰੋਗੇ, ਉਹਦੇ ਵਿੱਚ ਹੀ ਤੁਹਾਨੂੰ ਪਤਾ ਲੱਗੇਗਾ ਕਿ ਜਦ ਬ੍ਰਿਟਿਸ਼ਰਸ ਨੇ ਆਪਾਂ ਬ੍ਰਿਟਿਸ਼ਰਸ ਦੀ ਜੋ ਇੰਡੀਆ 'ਤੇ ਰੂਲ ਕੀਤਾ ਗਿਆ ਉਹਨੂੰ ਦੋ ਹਿੱਸਿਆਂ 'ਚ ਵੰਡ ਲੈਂਦੇ ਹਾਂ। ਇੱਕ ਆਪਾਂ ਪੜ੍ਹਦੇ ਹਾਂ ਦਾ ਕੰਪਨੀ ਰੂਲ, ਇੱਕ ਆਪਾਂ ਪੜ੍ਹਦੇ ਹਾਂ ਦਾ ਕਰਾਊਨ ਰੂਲ। ਕੰਪਨੀ ਰੂਲ 1773 ਤੋਂ ਲੈ ਕੇ 1857 ਵਾਲਾ ਤੇ ਕਰਾਊਨ ਰੂਲ 1857 ਤੋਂ ਲੈ ਕੇ 1947 ਵਾਲਾ। ਸੋ ਇਹਦੇ ਵਿੱਚ ਜੋ ਐਕਟ ਆਉਂਦੇ ਨੇ ਉਹਨਾਂ ਨੂੰ ਤੁਸੀਂ ਪੜ੍ਹਨਾ। ਰੈਗੂਲੇਟਿੰਗ ਐਕਟ 1773, ਸਪਿਟਸ ਇੰਡੀਆ ਐਕਟ 1784, ਫਿਰ ਰੈਗੂਲੇਟਿੰਗ ਐਕਟ ਫਿਰ ਆਉਂਦਾ 1793, 1813, 1833, 1853। ਇਹ ਸਾਰੇ ਰੈਗੂਲੇਟਿੰਗ ਐਕਟ ਤੁਸੀਂ ਕੰਪਨੀ ਰੂਲ ਦੇ ਵਿੱਚ ਪੜ੍ਹੋਗੇ। ਸਿਮਿਲਰਲੀ ਕਰਾਊਨ ਰੂਲ ਦੇ ਵਿੱਚ ਤੁਸੀਂ ਗੌਰਮੈਂਟ ਆਫ ਇੰਡੀਆ ਐਕਟ 1858 ਤੋਂ ਸ਼ੁਰੂ ਕਰੋਗੇ, ਫਿਰ ਇੰਡੀਅਨ ਕੌਂਸਲ ਐਕਟ ਆਉਣਗੇ, ਠੀਕ ਹੈ। ਸੋ ਇਹ ਸਾਰੇ ਤੁਸੀਂ 10 ਐਕਟ ਆਉਂਦੇ ਟੋਟਲ। ਉਸ ਤੋਂ ਬਾਅਦ ਗੌਰਮੈਂਟ ਆਫ ਇੰਡੀਆ ਐਕਟ 1909 ਜਿਹਨੂੰ ਮੋਰਲੇ ਮਿੰਟੂ ਰਿਫਾਰਮਸ ਕਿਹਾ ਗਿਆ। ਫਿਰ ਗੌਰਮੈਂਟ ਆਫ ਇੰਡੀਆ ਐਕਟ 1919 ਮੌਂਟਗੋ ਚੈਮਸਫੋਰਡ ਰਿਫਾਰਮਸ ਆਏ। ਫਿਰ ਸਾਈਮਨ ਕਮਿਸ਼ਨ ਆਇਆ। ਫਿਰ ਗਵਰਨਮੈਂਟ ਆਫ ਇੰਡੀਆ ਐਕਟ 1935 ਆਇਆ। ਫਿਰ ਕ੍ਰਿਪਸ ਮਿਸ਼ਨ ਆਇਆ। ਫਿਰ ਕੈਬਨਿਟ ਮਿਸ਼ਨ ਪਲਾਨ ਆਇਆ। ਫਿਰ ਇੰਡੀਅਨ ਇੰਡੀਪੈਂਡੈਂਸ ਐਕਟ 1947 ਆਇਆ। ਤੇ ਇਹਨਾਂ ਤੋਂ ਹੀ ਅੱਗੇ ਜਾ ਕੇ ਐਡਵਾਂਸ ਇੰਡੀਆ ਦਾ ਕਨਸਟੀਟਿਊਸ਼ਨ ਬਣਦਾ ਹੈ। ਫਿਰ ਇਹਨਾਂ ਤੋਂ ਹੀ ਬਾਅਦ ਅੱਗੇ ਇੰਡੀਅਨ ਕਨਸਟੀਟਿਊਸ਼ਨ ਬਣਦਾ ਹੈ। ਸੋ ਇਹਦੇ ਵਿੱਚ ਫਿਰ ਆਪਾਂ ਇੰਡੀਅਨ ਕਨਸਟੀਟਿਊਸ਼ਨ ਜਦ ਪੜ੍ਹਨ ਲੱਗਾਂਗੇ, ਫਿਰ ਹਿਸਟਰੀ ਪੜ੍ਹ ਲਈ ਕਨਸਟੀਟਿਊਸ਼ਨ ਦੀ, ਮੇਕਿੰਗ ਆਫ ਕਨਸਟੀਟਿਊਸ਼ਨ ਪੜ੍ਹੋ, ਸੋਰਸਿਸ ਆਫ ਕਨਸਟੀਟਿਊਸ਼ਨ ਪੜ੍ਹੋ, ਕਮੇਟੀਜ਼ ਆਫ ਕਨਸਟੀਟਿਊਸ਼ਨ ਪੜ੍ਹੋ ਕਿ BN ਰਾਓ ਕੌਣ ਸੀਗੇ, MN ਰਾਏ ਕੌਣ ਸੀ, ਸੁਰਿੰਦਰ ਨਾਥ ਮੁਖਰਜੀ ਕੌਣ ਸੀ, BR ਅੰਬੇਦਕਰ ਦਾ ਤਾਂ ਚਲੋ ਸਭ ਨੂੰ ਪਤਾ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀਗੇ।
ਫਿਰ ਉਸ ਤੋਂ ਬਾਅਦ ਪਾਰਟਸ, ਪਹਿਲਾਂ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਟੋਟਲ 22 ਪਾਰਟ ਸੀ, 350 ਆਰਟੀਕਲ ਸੀ, 8 ਸ਼ਡਿਊਲ ਸੀਗੇ, ਤੇ ਹੁਣ ਇੰਡੀਅਨ ਕਨਸਟੀਟਿਊਸ਼ਨ 'ਚ 25 ਪਾਰਟਸ ਨੇ, 450 ਦੇ ਕਰੀਬ ਆਰਟੀਕਲਸ ਨੇ ਤੇ 12 ਸ਼ਡਿਊਲਸ ਨੇ। ਠੀਕ ਹੈ, ਇਹ ਸਾਰੀ ਚੀਜ਼ਾਂ ਪੜ੍ਹਨੀਆਂ। ਫਿਰ ਪਾਰਟਸ ਦੇ ਵਿੱਚ ਦੇਖੋ, ਪਹਿਲੇ 6 ਪਾਰਟਸ ਚੰਗੀ ਤਰ੍ਹਾਂ ਪੜ੍ਹੋ। ਠੀਕ ਹੈ, ਪਹਿਲਾ ਪਾਰਟ 1 to 4 ਆਰਟੀਕਲ ਹੈ, ਫਿਰ ਸੈਕਿੰਡ ਪਾਰਟ 5 to 11 ਜਿਹਦੇ ਵਿੱਚ ਆਪਾਂ ਪੜ੍ਹਦੇ ਹਾਂ ਵੇਰੀਅਸ ਪ੍ਰੋਵੀਜ਼ਨਸ ਰਿਲੇਟਿਡ ਟੂ ਸਿਟੀਜ਼ਨ, ਪਾਰਟ 3 ਫੰਡਾਮੈਂਟਲ ਰਾਈਟ, ਪਾਰਟ 4 directive principles of state policy, 4th A fundamental duties, 5th provisions related to state central government, 6th provision related to state government, part 9th ਪੰਚਾਇਤੀ ਰਾਜ municipality, part 14th civil services ਦੇ ਨਾਲ ਰਿਲੇਟਡ ਹੈ, part 15 ਇਲੈਕਸ਼ਨ ਕਮਿਸ਼ਨ ਦੇ ਨਾਲ ਰਿਲੇਟਡ ਹੈ, ਇਲੈਕਸ਼ਨਸ ਦੇ ਨਾਲ ਰਿਲੇਟਡ ਹੈ, part 17 ਲੈਂਗੁਏਜਸ ਦੇ ਨਾਲ ਰਿਲੇਟਡ ਹੈ, ਪਾਰਟ 18 ਜੋ ਤੁਸੀਂ ਪੜ੍ਹਦੇ ਹੋ ਬਹੁਤ ਇੰਪੋਰਟੈਂਟ ਹੈ, ਜਿਹਦੇ ਵਿੱਚ ਆਪਣੀ ਐਮਰਜੈਂਸੀ ਪਾਵਰਸ ਦਾ ਡਿਸਕਸ਼ਨ ਹੋਇਆ ਹੈ। ਸੋ ਇੱਦਾਂ ਤੁਸੀਂ ਪ੍ਰੋਪਰਲੀ ਪੜ੍ਹੋਗੇ, ਮੇਜਰ ਸਬਜੈਕਟ ਤੁਹਾਡੇ ਕਵਰ ਹੋ ਜਾਣਗੇ। ਤੇ ਮੇਜਰ ਸਬਜੈਕਟਸ ਦੇ ਲਈ ਮੈਂ ਤੁਹਾਨੂੰ ਰਿਕਮੈਂਡ ਕਰਾਂਗਾ ਲੂਸੈਂਟ ਐਂਡ ਅਰੀਹੰਤ, ਜੋ 200 ਰੁਪੀਜ਼ ਦੀ ਈਚ ਹੋਏਗੀ, ਦੋਵਾਂ ਨੂੰ ਪੜ੍ਹ ਲਓ, ਸਫੀਸ਼ੀਐਂਟ, ਇਸ ਤੋਂ ਜ਼ਿਆਦਾ ਪੜ੍ਹਨ ਦੀ ਲੋੜ ਨਹੀਂ ਪੈਂਦੀ। ਠੀਕ ਹੈ, ਤੇ ਮਾਈਨਰ ਸਬਜੈਕਟ ਜਿਹੜੇ ਤੁਹਾਡੇ ਹੋਣਗੇ ਉਹ ਹੋਣਗੇ ਸਾਇੰਸ ਐਂਡ ਟੈਕਨੋਲੋਜੀ, ਫਿਰ ਉਸ ਤੋਂ ਬਾਅਦ ਇਕਨੋਮਿਕ ਇਸ਼ੂਜ਼ ਜਿਹੜੇ ਹੁੰਦੇ ਨੇ, ਐਨਵਾਇਰਨਮੈਂਟ ਹੁੰਦਾ ਹੈ, ਮਿਸਲੀਨੀਅਸ ਪੋਰਸ਼ਨ ਜਿਹੜੇ ਹੁੰਦੇ ਨੇ ਜਿਵੇਂ ਅਵਾਰਡਸ, ਲਿਟਰੇਚਰ, ਸਪੋਰਟਸ, ਇਹ ਸਾਰੇ ਮਿਸਲੀਨੀਅਸ ਪੋਰਸ਼ਨ ਦੇ ਵਿੱਚ ਆਪਾਂ ਕਵਰ ਕਰ ਲੈਂਦੇ ਆ। ਠੀਕ ਹੈ, ਡੇਜ਼ ਐਂਡ ਡੇਟ ਵੀ ਇਹਦੇ 'ਚ ਹੀ ਕਵਰ ਹੋ ਜਾਂਦਾ। ਠੀਕ ਹੈ, ਤੇ ਇੱਕ ਅਪਾਰਟ ਫਰੋਮ ਥੀਸ ਇੱਕ ਟੌਪਿਕ ਬਚਦਾ ਸਾਡਾ ਕਰੰਟ ਅਫੇਅਰਸ, ਜੋ ਕਿ ਬਹੁਤ ਵੱਡਾ ਹੈ। ਕਰੰਟ ਅਫੇਅਰਸ ਦੇ ਵਿੱਚ ਦੇਖੋ ਤੁਸੀਂ ਇਹੀ ਸੇਮ ਅਵਾਰਡਸ, ਸਪੋਰਟਸ, ਇਹ ਤਾਂ ਤੁਸੀਂ ਕਰੰਟ ਆਪਣੇ ਪੜ੍ਹੋ ਹੀ ਪੜ੍ਹੋ। ਨਾਲ ਦੇ ਨਾਲ ਰੈਗੂਲਰ ਤੁਸੀਂ ਫੋਲੋ ਕਰ ਸਕਦੇ ਹੋ, ਅੱਡਾ 247 ਫੋਲੋ ਕਰ ਸਕਦੇ ਹੋ ਜਾਂ ਅਫੇਅਰ ਕਲਾਊਡਸ, ਲੇਕਿਨ ਅਫੇਅਰ ਕਲਾਊਡ ਬਹੁਤ ਜ਼ਿਆਦਾ ਡੀਪ ਹੁੰਦਾ, ਇਹਨੂੰ ਤੁਸੀਂ ਛੱਡ ਕੇ ਅੱਡਾ 247 ਜਾਂ ਫਿਰ ਇਹਨਾਂ ਤੋਂ ਵੀ ਈਜ਼ੀ ਕੀ ਹੈ, ਗਿਆਨਮ ਦੀ 6 ਮੰਥ ਦੀ ਪੂਰੀ ਮੈਗਜ਼ੀਨ ਆਉਂਦੀ ਹੈ, ਉਹਨੂੰ ਪੜ੍ਹ ਲਓ, ਉਹ ਵੀ ਬਹੁਤ ਵਧੀਆ ਹੈਗੀ ਹੈ, ਈਜ਼ੀ ਟੂ ਅੰਡਰਸਟੈਂਡ ਤੇ ਈਜ਼ੀ ਟੂ ਰੀਡ ਵੀ ਹੈ। ਠੀਕ ਹੈ, ਉਹਨੂੰ ਤੁਸੀਂ ਜਲਦੀ ਗ੍ਰੈਬ ਵੀ ਕਰ ਸਕਦੇ ਹੋ, ਪੜ੍ਹ ਵੀ ਸਕਦੇ ਹੋ। ਸੋ ਆਈ ਹੋਪ ਤੁਹਾਨੂੰ ਇਹ ਸਾਰੇ ਪੁਆਇੰਟਸ ਚੰਗੀ ਤਰ੍ਹਾਂ ਸਮਝ ਆਏ ਹੋਣਗੇ, ਤੇ ਇਹਨਾਂ ਸਾਰਿਆਂ ਨੂੰ ਪ੍ਰੋਪਰਲੀ ਸਮਝਦੇ ਹੋਏ ਤੁਸੀਂ ਆਪਣੀ ਕਲੈਕਸ਼ਨ ਕਰੋ, ਆਪਣੀ ਇੱਕ ਸਟ੍ਰੈਟਜੀ ਬਣਾਓ, ਤੇ ਉਸ ਸਟ੍ਰੈਟਜੀ ਨੂੰ ਇੰਪਲੀਮੈਂਟ ਕਿੱਦਾਂ ਕਰੋਗੇ, ਆਫਟਰ ਫੁੱਲ ਸਟੱਡੀ ਤੁਸੀਂ ਮੌਕ ਟੈਸਟ ਦੇਣੇ ਬਹੁਤ ਸਾਰੇ। ਜਦ ਤੁਸੀਂ ਬਹੁਤ ਸਾਰੇ ਮੌਕ ਟੈਸਟ ਦੋਗੇ, ਆਟੋਮੈਟਿਕਲੀ ਬਹੁਤ ਵਧੀਆ ਪ੍ਰੈਪਰੇਸ਼ਨ ਹੋਊਗੀ, ਤੇ ਡੈਫੀਨੇਟਲੀ ਤੁਹਾਡਾ ਇਹ ਐਗਜ਼ਾਮ ਕਰੈਕ ਹੋਏਗਾ। ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੈਸਟ ਵਿਸ਼ਿਜ਼ ਹੈ। ਇਸ ਤਰੀਕੇ ਨਾਲ ਜੇ ਪ੍ਰੈਪਰੇਸ਼ਨ ਕਰਦੇ ਹੋ ਤੁਸੀਂ 120 ਚੋਂ ਆਰਾਮ ਨਾਲ 90 ਪਲੱਸ ਮਾਰਕਸ ਲੈ ਸਕਦੇ ਹੋ, ਤੇ 90 ਪਲੱਸ ਮਾਰਕਸ ਈਜ਼ੀਲੀ ਲੈ ਸਕਦੇ ਹੋ। ਤੇ ਉਸ ਤੋਂ ਬਾਅਦ ਤੁਹਾਡਾ ਹਾਰਡ ਵਰਕ ਵੀ ਹੈ ਕਿ ਕਿੰਨਾ ਤੁਸੀਂ ਸਕੋਰ ਕਰਦੇ ਹੋ, ਬਿਕੋਜ਼ ਮੈਥਸ ਰੀਜ਼ਨਿੰਗ ਇੱਦਾਂ ਦੇ ਸੈਕਸ਼ਨ ਹੈ ਜਿਹਦੇ ਵਿੱਚ ਸਟੂਡੈਂਟਸ ਫੁੱਲ ਵੀ ਸਕੋਰ ਕਰਦੇ, ਜੋ ਐਸਐਸਸੀ ਬੈਂਕਿੰਗ ਦੀ ਤਿਆਰੀ ਕਰਦੇ ਆ। ਮੈਥ ਰੀਜ਼ਨਿੰਗ ਫੁੱਲ ਹੋ ਗਿਆ, ਠੀਕ ਹੈ, 30 ਮਾਰਕਸ ਇੱਥੋਂ ਦੀ ਆ ਗਏ। ਉਸ ਤੋਂ ਬਾਅਦ ਪੰਜਾਬੀ ਨੂੰ ਮੈਕਸਿਮਮ ਸਕੋਰ ਕੀਤਾ ਜਾ ਸਕਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਪੰਜਾਬ ਜੀਕੇ ਨੂੰ ਮੈਕਸਿਮਮ ਸਕੋਰ ਕੀਤਾ ਜਾ ਸਕਦਾ, ਤੇ ਪੰਜਾਬ ਜੀਕੇ ਲਈ ਤੁਸੀਂ ਅੱਡਾ ਸਾਡਾ ਪੰਜਾਬ ਬੁੱਕ ਫੋਲੋ ਕਰ ਸਕਦੇ ਹੋ, ਬਹੁਤ ਵਧੀਆ ਬੁੱਕ ਹੈ। ਸੋ ਆਈ ਹੋਪ ਇਹ ਸਾਰਾ ਕੁਝ ਤੁਹਾਨੂੰ ਕਲੀਅਰ ਹੈ। ਜੇ ਫਿਰ ਵੀ ਕੋਈ ਡਾਊਟ ਹੈ ਨੀਚੇ ਕਮੈਂਟ ਸੈਕਸ਼ਨ 'ਚ ਜ਼ਰੂਰ ਕਮੈਂਟ ਕਰਕੇ ਪੁੱਛੋ ਤੁਸੀਂ। ਸੋ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ, ਗੋਡ ਬਲੈਸ ਯੂ ਆਲ।